ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਾਰ ਉਤਾਰਾ ਕਰਨ ਦੀ ਵਿਧੀ। ਇੱਕ ਦਿਨ ਦੀਵਾਨ ਵਿੱਚ ਇੱਕ ਸਿੱਖ ਨੇ ਬੇਨਤੀ ਕੀਤੀ, ਜੀ ਸੱਚੇ ਪਾਤਸ਼ਾਹ, ਸਾਨੂੰ ਇਸ ਸੰਸਾਰ ਸਮੁੰਦਰ ਤੋਂ ਪਾਰ ਉਤਾਰਾ ਕਰਨ ਦਾ ਕੋਈ ਸੌਖਾ ਜਿਹਾ ਢੰਗ ਦੱਸੋ, ਕਿਉਂਕਿ ਸ਼ਾਸਤਰਾਂ ਦੇ ਪੰਡਤ ਪਾਰ ਉਤਾਰੇ ਦਾ ਰਸਤਾ ਬੜਾ ਕਠਿਨ ਦੱਸਦੇ ਹਨ। ਸਤਿਗੁਰੂ ਜੀ ਨੇ ਫਰਮਾਇਆ, ਹੇ ਸਿੱਖ ਸੰਗਤ ਸੁਣੋ, ਮੁਕਤੀ ਦਾ ਉਪਾਅ ਬਹੁਤ ਸੁਖਾਲਾ ਹੈ। ਮਨ ਨੂੰ ਮੋਹ ਮਾਇਆ ਦੇ ਧੰਦਿਆਂ ਵਿੱਚ ਫਸਣ ਤੋਂ ਰੋਕਣ ਨਾਲ, ਰਾਗ ਦੇਖ ਆਦਿਕ ਦੋਸ਼ਾਂ ਤੋਂ ਨਿਵਰਤ ਕਰਨ ਨਾਲ ਅਤੇ ਸਤ ਅਸਤ ਦਾ ਨਿਰਣਾ ਕਰਕੇ ਭਰਮ ਦੇ ਪਰਦੇ ਨੂੰ ਦੂਰ ਕਰਨ ਨਾਲ ਪੁਰਸ਼ ਦਾ ਪਾਰ ਉਤਾਰਾ ਹੁੰਦਾ ਹੈ। ਸੰਸਾਰ ਸਾਗਰ ਤੋਂ ਤਰਨ ਦਾ ਹੋਰ ਸੌਖਾ ਰਸਤਾ ਸੁਣੋ। ਪ੍ਰਭੂ ਦਾ ਸਿਮਰਨ ਕਰਨਾ ਅਤੇ ਮੌਤ ਨੂੰ ਸਦਾ ਯਾਦ ਰੱਖਣਾ। ਜੇ ਇਹਨਾਂ ਦੋਹਾਂ ਗੱਲਾਂ ਨਾਮ ਅਤੇ ਮੌਤ ਨੂੰ ਨਹੀਂ ਭੁਲਾਓਗੇ ਤਾਂ ਤੁਹਾਡਾ ਜਨਮ ਮਰਨ ਦਾ ਦੁੱਖ ਮਿਟ ਜਾਵੇਗਾ, ਮੁਕਤ ਪਦ ਪ੍ਰਾਪਤ ਹੋ ਜਾਵੇਗਾ। ਜਿਵੇਂ ਨਦੀ ਦਾ ਪ੍ਰਵਾਹ ਇੱਕ ਥਾਂ ਨਹੀਂ ਠਹਿਰਦਾ, ਤਿਵੇਂ ਇਹ ਜਗਤ ਦੇ ਜੀਵ ਥਿਰ ਨਹੀਂ ਹਨ। ਜਥਾ ਜੋ ਆਇਆ ਸੋ ਚੱਲ ਸੀ, ਸਭ ਕੋਈ ਆਈ ਵਾਰੀ ਐ। ਇਸ ਗੱਲ ਨੂੰ ਸਦਾ ਯਾਦ ਰੱਖੋ ਅਤੇ ਨਾਮ ਸਿਮਰਨ ਕਰੋ। ਇਸ ਨਾਲ ਪਿਛਲੇ ਪਾਪ ਮਿਟ ਜਾਣਗੇ ਅਤੇ ਅੱਗੇ ਤੋਂ ਨਵੇਂ ਹੋਰ ਨਹੀਂ ਹੋਣਗੇ। ਸਤਿਗੁਰੂ ਜੀ ਦੇ ਇਹ ਬਚਨ ਸੁਣ ਕੇ ਜਿਨ੍ਹਾਂ ਦੇ ਵੱਡੇ ਭਾਗ ਸਨ, ਉਹਨਾਂ ਦੀ ਵਾਹਿਗੁਰੂ ਸਿਮਰਨ ਵਿੱਚ ਲਿਵ ਲੱਗ ਗਈ ਅਤੇ ਗੁਰੂ ਚਰਨਾਂ ਨਾਲ ਪ੍ਰੀਤੀ ਜਾਗ ਉੱਠੀ। ਹੋਰ ਉਪਦੇਸ਼ ਪੜ੍ਹਨ ਤੋਂ ਬਿਨਾ ਪੁਰਸ਼ ਅੰਨਾ ਹੈ। ਇੱਕ ਦਿਨ ਸਤਿਗੁਰੂ ਜੀ ਦੀਵਾਨ ਵਿੱਚ ਬੈਠੇ ਸਨ। ਸੰਗਤ ਚਾਰ ਚੁਫੇਰੇ ਦਰਸ਼ਨ ਪਰਸਨ ਅਤੇ ਉਪਦੇਸ਼ ਲੈਣ ਵਾਸਤੇ ਸੱਜੀ ਹੋਈ ਸੀ। ਇੱਕ ਸਿੱਖ ਨੇ ਹੱਥ ਜੋੜ ਕੇ ਬੇਨਤੀ ਕੀਤੀ, ਸੱਚੇ ਪਾਤਸ਼ਾਹ ਜੀ, ਮੈਂ ਕੋਈ ਵਿਦਿਆ ਨਹੀਂ ਪੜ੍ਹੀ, ਮੈਂ ਆਪ ਜੀ ਦੀ ਸ਼ਰਨ ਆਇਆ ਹਾਂ। ਸੰਸਾਰ ਦੁੱਖਾਂ ਦਾ ਘਰ ਹੈ, ਕਿਰਪਾ ਕਰਕੇ ਮੈਨੂੰ ਉਹ ਰਾਸਤਾ ਦੱਸੋ ਜਿਸ ਨਾਲ ਮੇਰਾ ਜਨਮ ਮਰਨ ਕੱਟਿਆ ਜਾਵੇ। ਗੁਰੂ ਜੀ ਨੇ ਕਿਹਾ, ਭਾਈ ਤੂੰ ਧਨ ਹੈ ਜਿਸ ਨੇ ਜਗਤ ਨੂੰ ਦੁੱਖ ਰੂਪ ਮੰਨ ਕੇ ਵੈਰਾਗ ਧਾਰਨ ਕਰ ਲਿਆ ਹੈ। ਪਰ ਸਿੱਖਾ, ਪੜ੍ਹੇ ਤੋਂ ਬਿਨਾਂ ਆਦਮੀ ਕੁਝ ਸਮਝ ਨਹੀਂ ਸਕਦਾ। ਤੂੰ ਇਹ ਗੱਲ ਮਨ ਵਿੱਚ ਵਿਚਾਰ ਕੇ ਅਨਪੜ੍ਹ ਆਦਮੀ ਅੰਨੇ ਵਾਂਗੂ ਚੱਲਦਾ ਹੈ, ਉਸ ਨੂੰ ਕਿਸੇ ਗੱਲ ਦੀ ਸਮਝ ਨਹੀਂ ਆਉਂਦੀ। ਇਸ ਵਾਸਤੇ ਪੜ੍ਹਨਾ ਜ਼ਰੂਰ ਚਾਹੀਦਾ ਹੈ। ਥੋੜਾ ਜਿਹਾ ਬਹੁਤ ਪੜ੍ਹਨ ਨਾਲ ਬੁੱਧੀ ਸ਼ੁੱਧ ਹੋ ਜਾਂਦੀ ਹੈ, ਜਿਸ ਨਾਲ ਪੁਰਸ਼ ਮਨ ਨੂੰ ਸੁਧਾਰ ਲੈਂਦਾ ਹੈ। ਕਰਨ ਯੋਗ ਅਤੇ ਨਾ ਕਰਨ ਯੋਗ ਗੁਣ ਔਗੁਣਾਂ ਦੀ ਸਮਝ ਹਿਰਦੇ ਵਿੱਚ ਆ ਜਾਂਦੀ ਹੈ। ਪੜ੍ਹਨ ਵਿੱਚ ਅਨੇਕਾਂ ਗੁਣ ਹਨ। ਅਨਪੜ੍ਹਿਆ ਪੁਰਸ਼ ਹਿਰਦੇ ਦਾ ਅੰਨਾ ਹੁੰਦਾ ਹੈ। ਗੁਰਮੁਖੀ ਅੱਖਰਾਂ ਦਾ ਪੜ੍ਹਨਾ ਸਭ ਤੋਂ ਸ੍ਰੇਸ਼ਟ ਹੈ, ਜਿਸ ਦੇ ਪੜ੍ਹਨ ਨਾਲ ਗੁਰਬਾਣੀ, ਜਪਜੀ ਆਦਿ ਪੜ੍ਹ ਕੇ ਸ਼ੁਭ ਮਤ ਪ੍ਰਾਪਤ ਹੁੰਦੀ ਹੈ। ਇਸ ਕਰਕੇ ਹੁਣ ਤੂੰ ਆਪਣੀ ਬੁੱਧੀ ਅਨੁਸਾਰ ਗੁਰੂ ਮਤ ਨੂੰ ਗ੍ਰਹਿਣ ਕਰ ਲੈ। ਸਿੱਖ ਨੇ ਕਿਹਾ, ਜੀ ਮੈਨੂੰ ਕਿਸੇ ਸਿੱਖ ਪਾਸ ਭੇਜ ਦਿਓ ਜਿਹੜਾ ਮੈਨੂੰ ਗੁਰਮੁਖੀ ਪੜ੍ਹਾਵੇ। ਸਤਿਗੁਰੂ ਜੀ ਨੇ ਇੱਕ ਆਪਣੇ ਗ੍ਰੰਥੀ ਨੂੰ ਸੱਦ ਕੇ ਆਖਿਆ ਕਿ ਇਸ ਨੂੰ ਸਿੱਖ ਪ੍ਰੇਮ ਨਾਲ ਗੁਰਮੁਖੀ ਪੜ੍ਹਾਓ। ਗ੍ਰੰਥੀ ਸਿੰਘ ਜਦ ਉਸ ਨੂੰ ਊੜਾ ਐੜਾ ਤੋਂ ਪੜ੍ਹਾਈ ਆਰੰਭ ਕਰਾ ਕੇ 5 ਗ੍ਰੰਥੀ ਵਿੱਚੋਂ ਆਨੰਦ ਸਾਹਿਬ ਦੀ ਬਾਣੀ ਦਾ ਪਾਠ ਕਰਾਉਣ ਲੱਗਾ, ਤਾਂ ਸਿੱਖ ਨੇ ਜਦ ਇਸ ਦੀ ਪਹਿਲੀ ਤੁਕ ਆਨੰਦ ਭਇਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ ਪੜ੍ਹੀ, ਤਾਂ ਫਿਰ ਉਹ ਗ੍ਰੰਥੀ ਪਾਸ ਪੜ੍ਹਨ ਨਾ ਗਿਆ। ਜਦ 6 ਮਹੀਨੇ ਬੀਤ ਗਏ ਤਾਂ ਸਤਿਗੁਰੂ ਜੀ ਨੇ ਗ੍ਰੰਥੀ ਨੂੰ ਪੁੱਛਿਆ ਕਿ ਉਹ ਸਿੱਖ ਨੇ ਕਿਤਨਾ ਕੋ ਪੜ੍ਹ ਲਿਆ ਹੈ। ਤਦ ਗ੍ਰੰਥੀ ਨੇ ਦੱਸਿਆ, ਜੀ ਪਾਤਸ਼ਾਹ, ਉਸਨੇ ਆਨੰਦ ਸਾਹਿਬ ਦੀ ਪਹਿਲੀ ਤੁਕ ਅੱਜ ਤੋਂ 6 ਮਹੀਨੇ ਪਹਿਲਾਂ ਪੜ੍ਹੀ ਸੀ, ਫਿਰ ਉਹ ਮੇਰੇ ਪਾਸ ਹੋਰ ਪੜ੍ਹਨ ਵਾਸਤੇ ਆਇਆ ਨਹੀਂ। ਗ੍ਰੰਥੀ ਪਾਸੋਂ ਇਹ ਗੱਲ ਸੁਣ ਕੇ ਸਤਿਗੁਰੂ ਜੀ ਨੇ ਸਿੱਖ ਨੂੰ ਸੱਦ ਕੇ ਪੁੱਛਿਆ, ਤੈਨੂੰ ਪੜ੍ਹਨ ਬਿਠਾਇਆ ਸੀ, ਕਿੰਨਾ ਕੋ ਪੜ੍ਹਿਆ ਹੈ? ਸਿੱਖ ਨੇ ਕਿਹਾ, ਜੀ ਇੱਕ ਤੁਕ ਪੜ੍ਹ ਕੇ ਮੇਰਾ ਭਰਮ ਮਿਟ ਗਿਆ ਹੈ। ਜਦੋਂ ਸਿੱਖ ਨੇ ਸਤਿਗੁਰੂ ਨੂੰ ਪਾ ਲਿਆ ਤਾਂ ਉਸਦੇ ਕਸ਼ਟ ਦੂਰ ਹੋ ਗਏ ਅਤੇ ਆਨੰਦ ਦੀ ਪ੍ਰਾਪਤੀ ਹੋ ਗਈ। ਇਸ ਤੋਂ ਪਰੇ ਹੋਰ ਬਾਕੀ ਕਿਹੜੀ ਗੱਲ ਰਹਿ ਗਈ ਜਿਸ ਵਾਸਤੇ ਹੋਰ ਪੜ੍ਹਿਆ ਜਾਵੇ? ਸਿੱਖ ਦੀ ਇਹ ਸ਼ਰਧਾ ਦੀ ਗੱਲ ਸੁਣ ਕੇ ਸਤਿਗੁਰੂ ਜੀ ਬੜੇ ਪ੍ਰਸੰਨ ਹੋ ਕੇ ਕਿਹਾ, ਸਿੱਖਾ ਤੂੰ ਨਿਹਾਲ ਹੋ ਗਿਆ ਹੈ। ਆਪ ਜੀ ਦੇ ਇਸ ਬਚਨ ਨਾਲ ਸਿੱਖ ਦੀ ਦੁਬਿਧਾ ਨਾਸ ਹੋ ਗਈ ਅਤੇ ਉਸ ਨੂੰ
ਗਿਆਨ ਦੀ ਪ੍ਰਾਪਤੀ ਹੋਈ। ਨਾਮ ਕਰਕੇ ਹਰੀ ਜਨ ਦੀ ਮਹਿਮਾ ਅਤੇ ਉਪਦੇਸ਼। ਇੱਕ ਦਿਨ ਗੁਰੂ ਜੀ ਦੇ ਦੀਵਾਨ ਵਿੱਚ ਸਿੱਖ ਸੰਗਤਾਂ ਆਪ ਜੀ ਦੇ ਪਵਿੱਤਰ ਦਰਸ਼ਨ ਪਰਸ ਕੇ ਆਨੰਦ ਲੈ ਰਹੀਆਂ ਸਨ। ਆਪ ਜੀ ਨੇ ਸਾਰੇ ਪਾਸੇ ਵੇਖ ਕੇ ਪ੍ਰਸ਼ਨ ਕੀਤਾ ਕਿ ਜਿਸ ਸਮੇਂ ਭਗਤ ਕਬੀਰ ਜੀ ਹੋਏ ਹਨ ਤਦੋਂ ਦੇਸ਼ ਦਾ ਰਾਜਾ ਕੌਣ ਸੀ? ਸਭਾ ਵਿੱਚ ਬੈਠੇ ਸਿਆਣੇ ਸਿਆਣੇ ਪੁਰਸ਼ਾਂ ਵਿੱਚੋਂ ਇੱਕ ਨੇ ਵਿਚਾਰ ਕਰਕੇ ਆਖਿਆ, ਤਦੋਂ ਹਮਾਯੂ ਬਾਦਸ਼ਾਹ ਹੁੰਦਾ ਸੀ। ਦੂਜੇ ਨੇ ਕਿਹਾ ਜੀ ਪਥੌਰਾ ਰਾਓ ਹੁੰਦਾ ਸੀ। ਤੀਜੇ ਨੇ ਕਿਹਾ ਜੀ ਸਿਕੰਦਰ ਬਾਦਸ਼ਾਹ ਹੁੰਦਾ ਸੀ। ਚੌਥੇ ਨੇ ਬਾਦਸ਼ਾਹ ਦਾ ਨਾਮ ਮਦਨ ਲਾਲ ਦੱਸਿਆ ਅਤੇ ਪੰਜਵੇਂ ਨੇ ਕਿਹਾ ਜੀ ਜੈਨੀਆਂ ਦਾ ਰਾਜਾ ਹੁੰਦਾ ਸੀ। ਇਸ ਤਰ੍ਹਾਂ ਸਾਰੇ ਅੱਡੋ ਅੱਡ ਬੋਲਦੇ ਗਏ, ਪਰ ਗੁਰੂ ਜੀ ਚੁੱਪ ਕਰਕੇ ਸੁਣਦੇ ਰਹੇ। ਅੰਤ ਨੂੰ ਜਦੋਂ ਸਾਰੇ ਚੁੱਪ ਹੋ ਗਏ ਤਾਂ ਸਤਿਗੁਰੂ ਜੀ ਨੇ ਫਰਮਾਇਆ, ਹਰੀ ਦੇ ਜਨ ਸਭ ਤੋਂ ਉੱਚੇ ਹਨ, ਉਹਨਾਂ ਨੂੰ ਕੋਈ ਅੱਪੜ ਨਹੀਂ ਸਕਦਾ। ਜਾਤ ਵਰਨ ਤੇ ਪਾਤਸ਼ਾਹੀਆਂ ਸਭ ਹਰੀਜਨਾਂ ਤੋਂ ਨੀਵੇਂ ਰਹਿ ਜਾਂਦੇ ਹਨ। ਜਿਵੇਂ ਰਾਜ ਹੰਸ ਉੱਚਾ ਉੱਡ ਕੇ ਸਮੁੰਦਰ ਤੋਂ ਪਾਰ ਹੋ ਜਾਂਦਾ ਹੈ ਅਤੇ ਜੱਗ ਦੇ ਹੋਰ ਸਾਰੇ ਪੰਛੀ ਸਮੁੰਦਰ ਦੇ ਵਿੱਚ ਹੀ ਰਹਿ ਜਾਂਦੇ ਹਨ। ਵੇਖੋ ਜਾਤ ਤੇ ਜੁਲਾਹਾ ਕੰਗਾਲ ਕਬੀਰ ਨੂੰ ਉਸਦੀ ਇਸਤਰੀ ਲੋਈ ਅਤੇ ਕਮਾਲ ਬੱਚਿਆਂ ਸਹਿਤ ਨਾਮ ਜਪਣ ਦਾ ਸਦਕਾ ਸਭ ਕੋਈ ਗਿਆਨੀ ਧਿਆਨੀ ਜਪੀ ਤਪੀ ਨਿਰਵਾਣ ਗ੍ਰਸਤੀ ਜਾਣਦੇ ਹਨ, ਪਰ ਮੁਲਕ ਦੇ ਬਾਦਸ਼ਾਹ ਦੇ ਨਾਮ ਨੂੰ ਕੋਈ ਨਹੀਂ ਜਾਣਦਾ। ਇਸ ਕਰਕੇ ਨਾਮ ਧਨ ਆਖੋ। ਇਹ ਸਭ ਨਾਮ ਦੀ ਹੀ ਮਹਿਮਾ ਹੈ। ਜਿਹੜੇ ਪੁਰਸ਼ ਨਾਮ ਜਪਦੇ ਹਨ ਉਹਨਾਂ ਦੀ ਬਰਾਬਰੀ ਕੋਈ ਨਹੀਂ ਕਰ ਸਕਦਾ, ਪਰ ਜਿਹੜੇ ਐਸੇ ਸਰਬ ਸੁਖਦਾਈ ਨਾਮ ਨੂੰ ਨਹੀਂ ਜਪਦੇ ਉਹਨਾਂ ਨੂੰ ਸਦਾ ਘਾਟਾ ਹੀ ਰਹਿੰਦਾ ਹੈ। ਉਹ ਜਗਤ ਦੇ ਧੰਦਿਆਂ ਵਿੱਚ ਫਸੇ ਰਹਿੰਦੇ ਹਨ। ਕੀਤਿਆ ਦੁੱਖ ਭੂਖ ਸਦ ਮਾਰ। ਜਦੋਂ ਭਗਤ ਕਬੀਰ ਨਾਮ ਜਪ ਕੇ ਪ੍ਰਸਿੱਧ ਹੋਇਆ ਤਦੋਂ ਸਿਕੰਦਰ ਲੋਧੀ ਦੇਸ਼ ਦਾ ਬਾਦਸ਼ਾਹ ਸੀ। ਜਦ ਉਸ ਸਿਕੰਦਰ ਲੋਧੀ ਬਾਦਸ਼ਾਹ ਨੇ ਕਬੀਰ ਭਗਤ ਦੀ ਅਜ਼ਮਤ ਵੇਖੀ ਤਾਂ ਉਸਨੇ ਕਬੀਰ ਦੇ ਪੈਰਾਂ ਤੇ ਸਿਰ ਰੱਖ ਕੇ ਮੱਥਾ ਟੇਕਿਆ। ਇਸ ਪ੍ਰਥਾਏ ਕਬੀਰ ਜੀ ਨੇ ਬਾਣੀ ਉਚਾਰਨ ਕੀਤੀ। ਪੁਜਾ ਬਾਂਧ ਪਿਲਾ ਕਰ ਡਾਰਿਓ, ਹਸਤੀ ਕ੍ਰੋਪ ਮੂੰਡ ਮਹਿ ਮਾਰਿਓ। ਹਸਤ ਭਾਗ ਕੈ ਚੀਸਾ ਮਾਰੈ, या मूर्त कै हो बलहारै। आ मेरे ठाकुर तुमरा जोर, काजी बकबो हस्ती तोर रहाओ। रे महावत तुझ डार्यो काट, इसे तुरावो काल हो साट। हस्त न तोरै धरै ध्यान, वाकै हृदय बसै भगवान। क्या अपराध संत है कीना, बांध पोट कुंचर को दीना। कुंचर पोट लै लै नमस्कार, बूझी नहीं काजी अंधियार। तीन बार पतिया भर लीना, मन कठोर अजहू ना पतीना। कह कबीर हमारा गोविंद, चौथे पद में जन की जिंद। ਕਬੀਰ ਜੀ ਨੂੰ ਈਰਖਾਵਾਦੀ ਪੰਡਤਾਂ ਅਤੇ ਕਾਜ਼ੀਆਂ ਦੇ ਆਖੇ ਲੱਗ ਕੇ ਬਾਦਸ਼ਾਹ ਸਿਕੰਦਰ ਲੋਧੀ ਨੇ ਹੱਥ ਪੈਰ ਬੰਨ੍ਹ ਕੇ ਹਾਥੀ ਅੱਗੇ ਸੁੱਟ ਦਿੱਤਾ ਅਤੇ ਮਹਾਵਤ ਨੂੰ ਆਖਿਆ ਕਿ ਇਸ ਨੂੰ ਹਾਥੀ ਪਾਸੋਂ ਤੁੜਵਾ ਦਿਓ। ਪਰ ਹਾਥੀ ਕਬੀਰ ਨੂੰ ਪੰਡ ਵਾਂਗੂ ਵੱਜਾ ਹੋਇਆ ਵੇਖ ਕੇ ਚੀਕਾਂ ਮਾਰਦਾ ਪਿੱਛੇ ਭੱਜ ਗਿਆ। 3 ਵਾਰਾਂ ਇਸ ਤਰ੍ਹਾਂ ਹਾਥੀ ਨੂੰ ਅੱਗੇ ਕੀਤਾ ਗਿਆ, ਪਰ ਉਹ ਕਬੀਰ ਨੂੰ ਸੁੰਡ ਨਾਲ ਨਮਸਕਾਰ ਕਰਕੇ ਪਿੱਛੇ ਹਟ ਜਾਵੇ। ਪਰ ਵਿਰੋਧੀਆਂ ਦਾ ਪੱਥਰ ਦਿਲ ਅਜੇ ਵੀ ਨਾ ਪਤੀਜਿਆ ਕਿ ਇਹ ਨਿਰਦੋਸ਼ ਹਨ ਤੇ ਪ੍ਰਭੂ ਦੇ ਪਿਆਰੇ ਭਗਤ ਹਨ। ਇਸ ਕਰਕੇ ਫਿਰ ਉਹਨਾਂ ਦੇ ਆਖੇ ਲੱਗ ਕੇ ਸਿਕੰਦਰ ਨੇ ਕਬੀਰ ਜੀ ਨੂੰ ਜੰਜੀਰਾਂ ਨਾਲ ਬੰਨ੍ਹ ਕੇ ਗੰਗਾ ਦੇ ਰੋੜ ਵਿੱਚ ਸੁੱਟ ਦਿੱਤਾ। ਪਰ ਉੱਥੇ ਵੀ ਗੰਗਾ ਦੀ ਲਹਿਰ ਨਾਲ ਕਬੀਰ ਜੀ ਦੀ ਜੰਜੀਰ ਟੁੱਟ ਗਈ ਅਤੇ ਕਬੀਰ ਜੀ ਚੌਂਕੜੀ ਮਾਰ ਕੇ ਮ੍ਰਿਗਸ਼ਾਲਾ ਉੱਤੇ ਬੈਠੇ ਸਭ ਨੇ ਵੇਖੇ। ਇਸ ਪ੍ਰਥਾਏ ਭਗਤ ਜੀ ਨੇ ਇਹ ਸ਼ਬਦ ਉਚਾਰਨ ਕੀਤਾ। ਗੰਗ ਗੁਸਾਇਨ ਗਹਿਰ ਗੰਭੀਰ,
जंजीर बांध कर खरे कबीर, मन ना डिगै तन काहे को डराए। चरण कमल चित रहो समाए रहो। गंगा की लहर मेरी टूटी जंजीर, मृगशाला पर बैठे कबीर। कह कबीर को संग ना साथ, जल थल राखन है रघुनाथ। ਵੇਖੋ ਕਿੱਥੇ ਗਰੀਬ ਜੁਲਾਹਾ ਤੇ ਕਿੱਥੇ ਸਾਰੇ ਮੁਲਕ ਦਾ ਬਾਦਸ਼ਾਹ। ਇਸ ਕਰਕੇ ਤੁਸੀਂ ਸਾਰੇ ਸਿੱਖ ਨਾਮ ਦਾ ਸਿਮਰਨ ਕਰੋ ਅਤੇ ਗੁਰੂ ਦੇ ਪਿਆਰੇ ਸਿੱਖ ਬਣੋ। ਮਨ ਕਰਕੇ ਜੋ ਸਦਾ ਨਾਮ ਦੇ ਵਿੱਚ ਲਿਵ ਲਾਵੇ ਅਤੇ ਹੱਥਾਂ ਤਥਾ ਸਰੀਰ ਨਾਲ ਸਿੱਖ ਸੰਤਾਂ ਦੀ ਸੇਵਾ ਕਰਕੇ ਉਹਨਾਂ ਨੂੰ ਪ੍ਰਸੰਨ ਕਰੇ, ਉਹੀ ਮੇਰਾ ਪਿਆਰਾ ਸਿੱਖ ਹੈ। ਮੈਂ ਸਦਾ ਉਸ ਦੇ ਵਸ ਹੁੰਦਾ ਹਾਂ। ਉੱਚੀ ਕਰਨੀ ਕਰਕੇ ਮਨ ਨੂੰ ਨੀਵਾਂ ਰੱਖੇ, ਸਰੀਰ ਦੀ ਹੰਗਤਾ ਤਿਆਗ ਕੇ ਬ੍ਰਹਮ ਹੰਗਤਾ ਨੂੰ ਦ੍ਰਿੜ ਕਰੇ। ਅਨੇਕ ਵਿੱਚ ਇੱਕ ਨੂੰ ਵੇਖਣ ਵਾਲਾ ਅਤੇ ਜੋ ਪੈਦਾ ਹੋਇਆ ਹੈ ਉਸ ਨੂੰ ਨਾਸ ਹੋ ਜਾਣ ਵਾਲਾ ਜਾਣਨ ਵਾਲਾ ਪੁਰਸ਼ ਹੀ ਬ੍ਰਹਮ ਗਿਆਨ ਨੂੰ ਪ੍ਰਾਪਤ ਕਰਦਾ ਹੈ। ਬੋਲੋ ਭਾਈ ਜੀ, ਵਾਹਿਗੁਰੂ।